ਧਾਰਨ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਨਾਮ ਕਾਮ ਬਿਹੀਨ ਭੇਖਤ ਧਾਮ ਹੋ ਨਹਿ ਜਾਹੇ। 81ਵੀਂ ਪਾਵਨ ਪੌੜੀ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਕਰਦੇ ਹੋਏ ਫਰਮਾਨ ਕਰਦੇ ਨੇ, ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦਾ ਕੋਈ ਇੱਕ ਨਾਮ ਨਹੀਂ ਹੈ। ਕਾਮ ਉਹ ਅਕਾਲ ਪੁਰਖ ਪਰਮਾਤਮਾ ਵਾਸ਼ਨਾਵਾਂ ਤੋਂ ਰਹਿਤ ਹੈ, ਉਹਨੂੰ ਕੋਈ ਕਾਮਨਾ ਨਹੀਂ। ਜਿਵੇਂ ਸੰਸਾਰਿਕ ਜੀਵਾਂ ਦੇ ਨਾਮ ਵੀ ਹੁੰਦੇ ਨੇ ਤੇ ਉਹਨਾਂ ਦੀਆਂ ਵਾਸ਼ਨਾਵਾਂ ਕਾਮਨਾਵਾਂ ਵੀ ਹੁੰਦੀਆਂ ਨੇ। ਬੇਅੰਤ ਹੀ ਵਾਸ਼ਨਾਵਾਂ ਮਨੁੱਖ ਦੇ ਅੰਦਰ ਜਨਮ ਲੈਂਦੀਆਂ ਹਨ। ਕੋਈ ਵਿਰਲਾ ਹੈ ਜਿੰਦੇ ਅੰਦਰ ਕੋਈ ਵਾਸ਼ਨਾ ਕਿਸੇ ਪ੍ਰਕਾਰ ਦੀ ਨਾ ਹੋਵੇ, ਨਹੀਂ ਤਾਂ ਸੰਸਾਰ ਦਾ ਹਰ ਇੱਕ ਤਕਰੀਬਨ ਮਨੁੱਖ ਜਿਹੜਾ ਹੈ ਉਹ ਵਾਸ਼ਨਾਵਾਂ ਕਾਮਨਾਵਾਂ ਨਾਲ ਭਰਿਆ ਹੋਇਆ ਹੈ। ਭਾਈ ਗੁਰਦਾਸ ਜੀ ਤਾਂ ਇੱਥੋਂ ਤੱਕ ਆਖਦੇ ਨੇ, ਕਈ ਵਾਰ ਇਹ ਵਾਸ਼ਨਾਵਾਂ ਵੀ ਜਿਹੜੀਆਂ ਹਨ ਮਨੁੱਖ ਦੇ ਜਨਮ ਤੇ ਮਰਨ ਦੇ ਗੇੜ ਦਾ ਕਾਰਨ ਬਣ ਜਾਂਦੀਆਂ ਨੇ। ਜੁਗ ਜੁਗ ਮੇਰ ਸ਼ਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ। ਆਉਂਦਾ ਹੈ ਫਿਰ ਜਾਂਦਾ ਹੈ, ਫਿਰ ਆਉਂਦਾ ਹੈ ਫਿਰ ਜਾਂਦਾ ਹੈ, ਕਿਉਂਕਿ ਵਾਸ਼ਨਾਵਾਂ ਅੰਦਰ ਖਤਮ ਨਹੀਂ ਹੁੰਦੀਆਂ ਤੇ ਮੁੜ ਫਿਰ ਮਨੁੱਖ ਦੁਬਾਰਾ ਫਿਰ ਇੱਕ ਨਵੀਂ ਜੂਨੀ ਜਿਹੜੀ ਹੈ ਉਹ ਹਾਸਲ ਕਰਦਾ ਹੈ। ਫਿਰ ਇੱਕ ਜੀਵਨ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ। ਜਿੰਨਾ ਚਿਰ ਵਾਸ਼ਨਾਵਾਂ ਤੋਂ ਮੁਕਤ ਨਹੀਂ ਹੁੰਦਾ ਉਹਨਾਂ ਚਿਰ ਇਹਦੇ ਜੀਵਨ ਦੀ ਖਲਾਸੀ ਨਹੀਂ ਹੁੰਦੀ। ਤਾਂ ਇੱਕ ਅਕਾਲ ਪੁਰਖ ਜਿਹੜਾ ਵਾਸ਼ਨਾ ਤੋਂ ਰਹਿਤ ਹੈ, ਅਗਰ ਉਹਦੇ ਨਾਲ ਮਨੁੱਖ ਜੁੜ ਜਾਵੇ ਤਾਂ ਅੰਦਰੋਂ ਵਾਸ਼ਨਾ ਤੋਂ ਰਹਿਤ ਹੋ ਸਕਦਾ ਹੈ। ਇਹਦਾ ਹਿਰਦਾ ਸ਼ੁੱਧ ਤੇ ਨਿਰਮਲ ਹੋ ਸਕਦਾ ਹੈ, ਕਿਉਂਕਿ ਨਿਰਮਲ ਪ੍ਰਭੂ ਨਾਲ ਜੁੜ ਜਾਵੇਗਾ। ਉਹਦੇ ਨਾਮ ਨਾਲ, ਉਹਦੇ ਗੁਣਾਂ ਨਾਲ, ਉਹਦੀ ਸਿਫਤ ਸਲਾਹ ਦੀ ਬਾਣੀ ਨਾਲ ਜਦੋਂ ਜੁੜੇਗਾ, ਉਹ ਬਾਣੀ ਇਹਦੇ ਅੰਦਰ ਦੀ ਜਿਹੜੀ ਵਾਸ਼ਨਾ ਹੈ, ਅੰਦਰ ਦੀ ਮਲੀਨਤਾ ਹੈ, ਮੈਲ ਹੈ, ਉਹਨੂੰ ਧੋ ਕੇ ਬਾਹਰ ਕੱਢ ਦਿੰਦੀ ਹੈ। ਹਿਰਦਾ ਸ਼ੁੱਧ ਨਿਰਮਲ ਪਵਿੱਤਰ ਹੋ ਜਾਂਦਾ ਹੈ। ਪਵਿੱਤਰ ਹਿਰਦੇ ਵਿੱਚ ਹੀ ਅਕਾਲ ਪੁਰਖ ਦਾ ਨਿਵਾਸ ਹੁੰਦਾ ਹੈ। ਧੰਨ ਕਲਗੀਧਰ ਮਹਾਰਾਜ ਕਹਿ ਰਹੇ ਹਨ, ਨਾਮ ਕਾਮ ਬਿਹੀਨ ਭੇਖਤ ਧਾਮ ਹੁ ਨਹਿ ਜਾਹੇ। ਅਕਾਲ ਪੁਰਖ ਪਰਮਾਤਮਾ ਨਾਮ ਤੋਂ ਰਹਿਤ, ਕਾਮਨਾਵਾਂ ਵਾਸ਼ਨਾਵਾਂ ਤੋਂ ਰਹਿਤ, ਅਤੇ ਉਹਦਾ ਕੋਈ ਇੱਕ ਟਿਕਾਣਾ ਨਹੀਂ ਹੈ ਜਿਹੜਾ ਵੇਖਿਆ ਜਾਏ ਵੀ ਕੋਈ ਖਾਸ ਟਿਕਾਣਾ ਹੈ। ਸਾਰੀ ਕਾਇਨਾਤ ਹੀ ਉਹਦਾ ਟਿਕਾਣਾ ਹੈ। ਇਹਨੂੰ ਬਾਬਾ ਫਰੀਦ ਜੀ ਨੇ ਇਸ ਤਰ੍ਹਾਂ ਆਖਿਆ, ਫਰੀਦਾ ਖਾਲਕ ਖਲਕ ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਸਾਰੀ ਖਲਕਤ ਵਿੱਚ ਖਾਲਕ ਵਸਿਆ ਹੋਇਆ ਹੈ। ਆ ਸਾਰੀ ਕਾਇਨਾਤ ਹੀ ਪਰਮਾਤਮਾ ਦਾ ਟਿਕਾਣਾ ਹੈ। ਆ ਸਾਰੇ ਜਿੰਨੇ ਵੀ ਸਰੀਰ ਹਨ ਉਹਨਾਂ ਸਭਨਾਂ ਵਿੱਚ ਅਕਾਲ ਪੁਰਖ ਦੀ ਜੋਤ ਹੈ। ਸਰਬ ਮਾਨ ਸਰਬਤਰ ਮਾਨ ਸदैव ਮਾਨਤ ਤਾਹੇ। ਸਾਰੇ ਉਹਨੂੰ ਮੰਨਦੇ ਹਨ, ਸਾਰੇ ਉਹਨੂੰ ਪੂਜਦੇ ਹਨ ਅਤੇ ਸਾਰੇ ਸਦੀਵ ਉਹਨੂੰ ਮੰਨਦੇ ਰਹਿਣਗੇ। ਜਿੰਨਾ ਚਿਰ ਤੱਕ ਜੀਵ ਹਨ, ਇਹ ਕਾਇਨਾਤ ਹੈ, ਇਹ ਅਕਾਲ ਪੁਰਖ ਪਰਮਾਤਮਾ ਨੂੰ ਮੰਨਦੀ ਰਹੇਗੀ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ। ਉਹਦਾ ਕੇਵਲ ਇੱਕ ਹੀ ਸਰੂਪ ਹੈ, ਪਰ ਨਾਲ ਹੀ ਬਚਨ ਆਉਂਦਾ ਏ ਅਨੇਕ ਦਰਸ਼ਨ। ਪਰ ਉਹਦੇ ਅਨੇਕਾਂ ਹੀ ਸਰੂਪ ਵੀ ਹਨ। ਉਹ ਆਪ ਇੱਕ ਹੈ ਪਰ ਅਨੇਕਤਾ ਵਿੱਚ ਵਸਿਆ ਹੋਇਆ ਹੈ। ਸਭਨਾਂ ਵਿੱਚੋਂ ਦੀ ਜੋਤ ਹੈ, ਸਾਰਿਆਂ ਵਿੱਚੋਂ ਦਾ ਵਾਸ ਹੈ, ਇੱਕ ਹੀ ਹੈ ਪਰ ਅਨੇਕਤਾ ਵਿੱਚ ਫੈਲਿਆ ਹੋਇਆ ਹੈ, ਫੈਲਾਵ ਹੈ ਉਹਦਾ। ਧੰਨ ਕਲਗੀਧਰ ਮਹਾਰਾਜ ਆਦਿ ਨੇ ਕੀਨ ਰੂਪ ਅਨੇਕ, ਉਹਨੇ ਆਪਣੇ ਅਨੇਕਾਂ ਰੂਪ, ਆਪਣੇ ਅਨੇਕਾਂ ਸਰੂਪ ਬਣਾਏ ਹੋਏ ਨੇ। ਜਿੰਨੇ ਵੀ ਜੀਵ ਨੇ ਇਹ ਸਾਰੇ ਉਸੇ ਦਾ ਹੀ ਸਰੂਪ ਨੇ, ਪਰ ਉਹਦਾ ਆਪਣਾ ਇੱਕੋ ਹੀ ਸਰੂਪ ਹੈ, ਪਰ ਸਾਰਿਆਂ ਵਿੱਚ ਵਸਦਾ ਹੈ, ਇਸ ਕਰਕੇ ਅਨੇਕਤਾ ਵਿੱਚ ਫੈਲਿਆ ਹੋਇਆ ਹੈ। ਖੇਲ ਖੇਲ ਅਖੇਲ ਖੇਲਣ
ਉਹ ਇਹ ਰਚਨਾ ਬਣਾ ਕੇ ਇੱਕ ਖੇਡ ਪਿਆ ਖੇਡਦਾ। ਇਹਦੇ ਵਿੱਚ ਜੀਵ ਖਿਡਾਰੀ ਨੇ ਤੇ ਉਹ ਇਹਨਾਂ ਦੀ ਖੇਡ ਵੇਖਦਾ ਪਿਆ। ਜਿਵੇਂ ਖਿਡਾਰੀ ਗਰਾਊਂਡ ਵਿੱਚ ਖੇਡਦੇ ਨੇ ਤੇ ਬਾਹਰ ਮਨੁੱਖ ਬੈਠ ਕੇ ਉਸ ਖੇਡ ਨੂੰ ਵੇਖਦਾ ਹੈ। ਅਕਾਲ ਪੁਰਖ ਪਰਮਾਤਮਾ ਇਹ ਸੰਸਾਰ ਰੂਪੀ ਗਰਾਊਂਡ ਵਿੱਚ ਜੀਵਾਂ ਨੂੰ ਖਿਡਾ ਰਿਹਾ ਹੈ। ਜੀਵ ਖੇਡ ਰਹੇ ਨੇ, ਕੋਈ ਮਾਇਆ ਵਿੱਚ, ਕੋਈ ਧੀਆਂ ਪੁੱਤਰਾਂ ਵਿੱਚ, ਕੋਈ ਕਾਰੋਬਾਰ, ਕੋਈ ਸੰਸਾਰ ਦੇ ਧਾਰਮਿਕ ਕੰਮਾਂ ਵਿੱਚ, ਕੋਈ ਚੰਗਾ ਕੋਈ ਮੰਦਾ। ਇਹ ਸਾਰੀ ਕਾਇਨਾਤ ਵਿੱਚ ਜਿੰਨੇ ਜੀਵ ਹਨ ਉਹਨਾਂ ਨੂੰ ਇੱਕ ਇੱਕ ਖੇਡ ਦਿੱਤੀ ਗਈ ਹੈ ਪਰਮਾਤਮਾ ਵੱਲੋਂ। ਉਹ ਸਾਰੇ ਜੀਵ ਖੇਡ ਰਹੇ ਹਨ। ਜਪਜੀ ਸਾਹਿਬ ਦਾ ਆਪਾਂ ਪਾਠ ਕਰਦੇ ਹਾਂ। ਮਹਾਰਾਜ ਪਾਤਸ਼ਾਹ ਜੀ ਨੇ ਕੁਝ ਇਹੋ ਜਿਹੇ ਬਚਨ ਕੀਤੇ ਨੇ ਜਿਹੜੇ ਵਿਸਮਾਦ ਵਿੱਚ ਲੈ ਜਾਂਦੇ ਨੇ। ਮਹਾਰਾਜਾਂ ਨੇ ਅਸੰਖ ਜਪ, ਮਹਾਰਾਜਾਂ ਨੇ ਅਸੰਖ ਹੀ ਪਰਮਾਤਮਾ ਨੂੰ ਜਪ ਰਹੇ। ਅਸੰਖ ਦਾ ਅਰਥ ਹੈ ਅਣਗਿਣਤ, ਜਿਨ੍ਹਾਂ ਦੀ ਗਿਣਤੀ ਨਾ ਕੀਤੀ ਹੈ। ਤੇ ਅਸੰਖ ਹੀ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਕਰ ਰਹੇ ਨੇ। ਅਸੰਖਾਂ ਹੀ ਗ੍ਰੰਥ ਨੇ ਤੇ ਅਸੰਖਾਂ ਹੀ ਜੀਵ ਉਹ ਨੇ ਜਿਹੜੇ ਮੁਖ ਤੋਂ ਗ੍ਰੰਥਾਂ ਦੇ ਪਾਠ ਕਰ ਰਹੇ ਹਨ। ਅਸੰਖਾਂ ਹੀ ਯੋਗ ਕਮਾ ਰਹੇ ਹਨ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅਸੰਖਾਂ ਹੀ ਸੰਸਾਰ ਦੇ ਅੰਦਰ ਜੀਵ ਮਾਲਕ ਦੀ ਉਸਤਤ ਕਰ ਰਹੇ ਹਨ। ਉਸ ਮਾਲਕ ਦਾ ਨਾਮ ਜਪ ਰਹੇ ਨੇ, ਉਹਦੀ ਕੀਰਤੀ ਗਾਇਨ ਕਰ ਰਹੇ ਨੇ, ਸਿਫਤ ਕਰ ਰਹੇ ਨੇ, ਉਹਦੀ ਵਡਿਆਈ ਕਰ ਰਹੇ ਹਨ। ਪਰ ਦੂਜੇ ਪਾਸੇ ਮਹਾਰਾਜ ਆਖਦੇ ਨੇ ਅਸੰਖ ਮੂਰਖ ਅੰਧਖੋਰ, ਸੰਖ ਚੋਰ ਹਰਾਮ ਖੋਰ। ਅਸੰਖਾਂ ਹੀ ਉਹ ਜੀਵ ਵੀ ਨੇ ਜਿਹੜੇ ਚੋਰੀਆਂ ਕਰਦੇ ਨੇ, ਝੂਠ ਬੋਲਦੇ ਨੇ, ਨਿੰਦਿਆ ਕਰਦੇ ਨੇ, ਮਾੜੇ ਕੰਮ ਕਰਦੇ ਨੇ, ਉਹਨਾਂ ਦੀ ਵੀ ਗਿਣਤੀ ਨਹੀਂ। ਜੇ ਚੰਗਿਆਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਤਾਂ ਕਹਿ ਲਗੇ ਮਾੜਿਆਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ। ਇਹ ਕੀ ਹੈ? ਇਹ ਪਰਮਾਤਮਾ ਦੀ ਖੇਡ ਹੈ। ਉਹ ਖੇਡ ਖੇਡ ਰਿਹਾ ਹੈ। ਖੇਲ ਖੇਲ ਅਖੇਲ ਖੇਲਣ। ਇੱਕ ਦਿਨ ਉਹ ਇਸ ਖੇਡ ਨੂੰ ਉਲਟਾ ਦਿੰਦਾ ਹੈ, ਭਾਵ ਇਸ ਖੇਡ ਨੂੰ ਮੁਕਾ ਦਿੰਦਾ ਹੈ। ਹਰ ਇੱਕ ਖੇਡ ਦਾ ਇੱਕ ਨਾ ਇੱਕ ਸਮਾਂ ਨਿਸ਼ਚਿਤ ਹੁੰਦਾ ਹੈ ਵੀ ਆਹ ਖੇਡ 1 ਘੰਟੇ ਦੀ ਹੈ, 2 ਘੰਟੇ ਦੀ ਹੈ, 1 ਦਿਨ ਦੀ, 2 ਦਿਨ ਦੀ, 4 ਦਿਨ ਦੀ। ਇਸੇ ਤਰ੍ਹਾਂ ਅਕਾਲ ਪੁਰਖ ਦੀ ਵੀ ਖੇਡ ਹੈ। ਜਦੋਂ ਉਹਨੇ ਖੇਡਣੀ ਸ਼ੁਰੂ ਕੀਤੀ ਕਾਇਨਾਤ ਸਾਜ ਦਿੱਤੀ, ਤੇ ਜਦੋਂ ਉਹਨੇ ਖੇਡ ਨੂੰ ਖਤਮ ਕਰਨਾ ਹੈ ਉਦੋਂ ਇਹ ਕਾਇਨਾਤ ਨੂੰ ਮਿਟਾ ਦੇਵੇਗਾ, ਇਹਨੂੰ ਖਤਮ ਕਰ ਦੇਵੇਗਾ। ਧੰਨ ਕਲਗੀਧਰ ਮਹਾਰਾਜ ਕਹਿ ਰਹੇ ਨੇ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ। ਫਿਰ ਆਪ ਇਕੱਲਾ ਹੀ ਰਹਿ ਜਾਵੇਗਾ। ਪਹਿਲਾਂ ਵੀ ਆਪ ਇਕੱਲਾ ਸੀ, ਉਹਨੇ ਖੇਡ ਖੇਡੀ, ਸੰਸਾਰ ਨੂੰ ਬਣਾ ਦਿੱਤਾ, ਫਿਰ ਖੇਡ ਨੂੰ ਮੁਕਾ ਦਿੱਤਾ, ਫਿਰ ਇਕੱਲਾ ਰਹਿ ਗਿਆ। ਇਹ ਅਕਾਲ ਪੁਰਖ ਦੀ ਮੌਜ ਹੈ। ਦੇਵ ਭੇਵ ਨਾ ਜਾਣਹੀਂ ਜਹ ਵੇਦ ਔਰ ਕਤੇਬ। ਦੇਵ ਦਾ ਅਰਥ ਦੇਵਤੇ। ਅਕਾਲ ਪੁਰਖ ਪਰਮਾਤਮਾ ਉਹ ਐਸੀ ਹਸਤੀ ਹੈ ਕਿ ਵੱਡੇ ਵੱਡੇ ਦੇਵਤੇ ਵੀ ਉਹਦਾ ਭੇਦ ਨਹੀਂ ਪਾ ਸਕੇ। ਮੰਨਣ ਵਾਲੇ ਵੱਡੇ ਵੱਡੇ ਜੋਗੀ ਲੋਕ, ਸਿੱਧ ਪੁਰਸ਼ ਵੀ ਅਕਾਲ ਪੁਰਖ ਦਾ ਭੇਦ ਨਹੀਂ ਪਾ ਸਕੇ। ਜੇ ਵੇਦ ਔਰ ਕਤੇਬ। ਵੇਦ ਧਾਰਮਿਕ ਗ੍ਰੰਥ ਨੇ। ਹਿੰਦੂ ਧਰਮ ਦੇ 4 ਵੇਦ ਨੇ, 6 ਸ਼ਾਸਤਰ ਨੇ, 18 ਪੁਰਾਣ, 27 ਸਿਮਰਤੀਆਂ ਨੇ। ਇਹ 4 ਵੇਦ ਉਹਨਾਂ ਦਾ ਮੰਨਣਾ ਹੈ ਬ੍ਰਹਮਾ ਦੇ ਮੁਖ ਤੋਂ ਉਚਾਰਨ ਕੀਤੇ ਹੋਏ ਨੇ। ਉਹ 4 ਵੇਦ ਵੀ ਅਕਾਲ ਪੁਰਖ ਦਾ ਭੇਦ ਨਹੀਂ ਪਾ ਸਕੇ। ਔਰ ਕਤੇਬ, ਕਤੇਬ ਜਿਹੜਾ ਹੈ ਨਾ, ਇਹ ਸਾਮੀ ਧਰਮਾਂ ਦੇ ਗ੍ਰੰਥ ਨੇ। ਜਿਵੇਂ ਈਸਾਈਅਤ ਹੋ ਗਏ, ਇਸਲਾਮ ਧਰਮ ਹੈ, ਇਹਨਾਂ ਦੇ ਜਿਹੜੇ ਧਾਰਮਿਕ ਗ੍ਰੰਥ ਨੇ, ਕੁਰਾਨ ਹੋ ਗਈ, ਅੰਜੀਲ ਹੋ ਗਈ, ਤੌਰੇਤ ਹੋ ਗਈ, ਇਹ ਬਾਈਬਲ ਹੋ ਗਈ, ਇਹ ਜਿਹੜੇ ਧਾਰਮਿਕ ਗ੍ਰੰਥ ਨੇ। ਕਲਗੀਧਰ ਮਹਾਰਾਜ ਜੀ ਨੇ ਇਹ ਸਾਰੇ ਗ੍ਰੰਥ ਵੀ ਪਰਮਾਤਮਾ ਦਾ ਭੇਦ ਨਹੀਂ ਪਾ ਸਕੇ, ਉਹਦਾ ਅੰਤ ਨਹੀਂ ਪਾ ਸਕੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਹਾਂ ਸਾਰੇ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕਿਤੇ ਇੱਕ ਵੀ ਬਚਨ ਇਹ ਨਹੀਂ ਆਇਆ ਵੀ ਅਸੀਂ ਪਰਮਾਤਮਾ ਦਾ ਭੇਦ ਪਾ ਲਿਆ। ਕਿੰਨੇ ਮਹਾਂਪੁਰਸ਼ ਨੇ, ਗੁਰੂ ਸਾਹਿਬਾਨ, ਭੱਟ ਸਾਹਿਬਾਨ, ਗੁਰਸਿੱਖ ਹੋਏ ਨੇ,
भगत साहबान होए ने किते भी उन्हें ये नहीं आख्या परमात्मा का भेद पालिया सी, परमात्मा का अंत पालिया। तो वो बेअंत है। दुनिया का कोई भी धार्मिक ग्रंथ या वड्डे वड्डे उन्होंने रचन वाले अवतारी पुरुष वो सारे दे सारे अखीर नूं हथ जोड़ के मालिक अगे नमस्कार करते हैं, मालिक तेरा अंत नहीं पा सकते। रूप रंग ना जात पात सो जानई कह जे। परमात्मा जी तुहाडा रूप, तुहाडा रंग, तुहाडी जात, तुहाडी कुल, तुहाडी बरादरी की है नहीं पता, तो इन्हां तो रहत है। ना ही असल दे विच अकाल पुरख की शक्ल किहो जी है, मुहांदरा किहो जिहा है नहीं पता किसी नूं। जे पता हुंदा तो फिर हुण तक मनुख ने उहदी तस्वीर बना ली होनी सी, हुण तक उहदा कोई ना कोई उपाव कर लेना सी, पर नहीं। असल दे विच कहानी कुछ होर है। परमात्मा सारियां विच वसदा है, सारे स्वरूप ही परमात्मा दे ने। कोई ऐसा स्वरूप है ही नहीं भी जिहड़ा जिंदे विच परमात्मा ना वसदा हो। गुरु तेग बहादुर महाराज पातशाह जी ने बड़ी कृपा की है। साहिब का एक बड़ा प्यारा सलोक आता है। गुरुदेव आखते ने कभी परमात्मा नूं वेखना चाहुंदा है, जे तू परमात्मा नूं वेखना चाहुंदा है तो फिर तू अकाल पुरख परमात्मा परमेश्वर का रूप हो जा। जे तू वाकई उन्होंने वेखना चाहुंदा है, किते बाहर नहीं, तेरे विचों ही स्वरूप, तेरे विचों ही उस दे स्वरूप दे दीदार तैनूं हो जाणगे। किते बाहर जाण दी लोड़ नहीं, किते भटकण दी लोड़ नहीं, किसी नूं पुछण दी लोड़ नहीं। धन गुरु तेग बहादुर महाराज पातशाह जी उन्हें बचन किया, जो प्राणी निस दिन भजै, निस का अर्थ रात, जिहड़ा दिन रात मालक उहदे चरनां नाल जुड़ गया मालक दे। जो प्राणी निस दिन भजै रूप राम ते जान, हर जन हर अंतर नहीं नानक साची। हरी ते उहदे विच फिर कोई अंतर नहीं, फर्क नहीं, ते फर्क ना होने का मतलब की है, इक्को जिहा। बाबा कबीर जी भी आखते ने, अब तो जाए चढ़े सिंघासन, मिले है सारंग पानी, राम कबीरा एक भय है कोई न सकै पिछानी। सुर ताल मिल गई, रब अते सेवक दे आपस दे विच ताल मिल बन गई, विचार एक हो गई, सोच एक हो गई। बस जिन्हों रब की समझ आ गई वो रब का रूप हो जाएगा। गल सारी समझ दी है, और समझ करके ही बंदा कीमत लांदा है किसी चीज़ की। जिन्नी को बंदे की समझ होंदी है उन्नी को उहदी चीज़ की कीमत लावेगा। जे एक जानवर अगे तुसीं सोना रख दिओ ते दूजे पासे घाह रख दिओ, घास रख दिओ, ते उहनूं सोने का की पता, उन्हें घाह ही खाना। हालांकि उस सोने नाल किन्ना सारा घाह खरीदिया जा सकता है, पंडां दियां पंडां ढेर लाए जा सकते, पर जानवर नूं नहीं समझ, उन्होंने सोझी नहीं, उन्होंने ज्ञान नहीं भी सोना की चीज़ है। उन्होंने पता भी घाह ये तो मैं खाना है। इस तरह ही मनुख है। हुण मनुख नूं ये तो समझ है भी आ मेरा परिवार है, आ दौलत है, आ सोना है, आ चांदी है, आ हीरे, आ रतन है, आ घर है, आ जमीन है, आ व्यापार है, इन्हां चीज़ की समझ है, परमात्मा की समझ नहीं है। हुण जानवरां विच वेखो तीन मूल रूप दे विच ऐसे संबंध ने जिन्हां तो रिश्तेदारियां दा ज्ञान हुंदा है। नानके, दादके ते सहुरे परिवार, इन्हां विच रिश्तेदारियां हुंदियां ने। हुण जिहड़े पशु ने उन्हां नूं इन्हां चीज़ां दा ज्ञान नहीं, इस करके वो रिश्ते निभाउंदे भी नहीं, उन्होंने समझ नहीं।
ਮਨੁੱਖ ਨੂੰ ਪਤਾ ਹੈ, ਇਸ ਕਰਕੇ ਮਨੁੱਖ ਰਿਸ਼ਤੇ ਨਿਭਾਉਂਦਾ ਹੈ। ਹੁਣ ਇਹਨੂੰ ਇਹ ਤਾਂ ਪਤਾ ਹੈ ਵੀ ਆਹ ਮੇਰੇ ਦਾਦਕੇ ਨੇ, ਆਹ ਮੇਰੇ ਨਾਨਕੇ ਨੇ, ਆਹ ਮੇਰਾ ਸਹੁਰਾ ਪਰਿਵਾਰ ਹੈ, ਇਹਨਾਂ ਦਾ ਗਿਆਨ ਹੈ, ਇਹਨਾਂ ਦੀ ਕੀਮਤ ਵੀ ਇਹਨੂੰ ਪਤਾ ਹੈ। ਪਰਮਾਤਮਾ ਦੀ ਸਮਝ ਨਹੀਂ, ਗੁਰੂ ਦੀ ਸਮਝ ਨਹੀਂ, ਇਸ ਕਰਕੇ ਇਹਦੀ ਵੈਲਿਊ ਵੀ ਨਹੀਂ ਪਤਾ। ਆਂਧਰ ਪ੍ਰਦੇਸ਼ ਦੇ ਇਲਾਕੇ ਦੇ ਵਿੱਚ ਪਹਾੜੀਆਂ ਵਿੱਚ ਇੱਕ ਆਜੜੀ ਨਾ ਭੇਡਾਂ ਚੁਰਾਇਆ ਕਰਦਾ ਸੀ, ਭੇਡਾਂ ਚਰਾਉਂਦਾ ਸੀ। ਆਜੜੀ ਸੀ, ਉਹਦਾ ਕੰਮ ਸੀ ਰੋਜ਼ ਭੇਡਾਂ ਉਹਨੇ ਲੈ ਕੇ ਜਾਣੀਆਂ ਸਵੇਰ ਨੂੰ, ਤੇ ਪਹਾੜਾਂ ਦੇ ਵਿੱਚ ਉਹਨੇ ਇਸ ਤਰ੍ਹਾਂ ਘਾਹ ਉੱਗਿਆ ਹੁੰਦਾ ਸੀ, ਭੇਡਾਂ ਘਾਹ ਖਾਂਦੀਆਂ ਸੀ, ਸ਼ਾਮ ਨੂੰ ਵਾਪਸ ਆ ਜਾਂਦਾ ਸੀ। ਉਹ ਇੱਕ ਚਰਵਾਹਾ ਸੀ। ਇੱਕ ਦਿਨ ਸ਼ਾਮ ਨੂੰ ਜਦੋਂ ਸੂਰਜ ਡੁੱਬਣ ਲੱਗਾ, ਉਹਦੀ ਨਜ਼ਰ ਪਈ ਇੱਕ ਪੱਥਰ ਸਾਹਮਣੇ ਪਿਆ, ਤੇ ਉਹ ਪੱਥਰ ਚਮਕ ਰਿਹਾ ਸੀ। ਉਹਨੇ ਉਹ ਪੱਥਰ ਚੁੱਕ ਲਿਆ, ਘਰੇ ਲੈ ਗਿਆ। ਮਨ ਵਿੱਚ ਵਿਚਾਰ ਆਇਆ ਵੀ ਬੜਾ ਸੋਹਣਾ ਹੈ ਪੱਥਰ, ਬੱਚੇ ਖੇਡਣਗੇ, ਖੁਸ਼ ਹੋਣਗੇ। ਜਾ ਕੇ ਬੱਚਿਆਂ ਨੂੰ ਦੇ ਦਿੱਤਾ, ਬੱਚੇ ਖੇਡਣ ਲੱਗ ਗਏ। ਬੜੀ ਸੋਹਣੀ ਚੀਜ਼ ਹੈ, ਚਮਕਦੀ ਹੈ। ਕੁਝ ਮਹੀਨਿਆਂ ਬਾਅਦ ਉਹਦੇ ਘਰ ਇੱਕ ਸੌਦਾਗਰ ਆਇਆ ਭੇਡਾਂ ਖਰੀਦਣ। ਉਹਨੇ 2 ਭੇਡਾਂ ਖਰੀਦੀਆਂ, 2-2 ਰੁਪਏ ਦਿੱਤੇ। ਬੜੀ ਪੁਰਾਣੀ ਗੱਲ ਹੈ। ਉਹਨੇ 2 ਭੇਡਾਂ ਖਰੀਦੀਆਂ, 2-2 ਰੁਪਏ ਦਿੱਤੇ। ਅਚਾਨਕ ਉਹਦੀ ਨਜ਼ਰ ਉਸ ਪੱਥਰ ਤੇ ਪੈ ਗਈ, ਬੜਾ ਚਮਕ ਰਿਹਾ ਸੀ। ਸੌਦਾਗਰ ਨੇ ਵੇਖਿਆ, ਉਹਨੇ ਆਖਿਆ ਵੀ ਇਹ ਮੈਨੂੰ ਦੇਂਗਾ? ਉਹਨੇ ਆਖਿਆ ਲੈ ਜਾਓ, ਨਿਆਣੇ ਅੱਕ ਗਏ ਨੇ, 6 ਮਹੀਨੇ ਹੋ ਗਏ ਖੇਡ ਖੇਡ ਕੇ ਇਹਦੇ ਨਾਲ, ਕਦੇ ਇੱਧਰ ਸੁੱਟਦੇ ਨੇ, ਕਦੇ ਇੱਧਰ ਸੁੱਟਦੇ ਨੇ। ਪੱਥਰ ਹੈ, ਲੈ ਜਾਓ ਤੁਸੀਂ ਵੀ, ਤੁਹਾਡੇ ਨਿਆਣੇ ਖੇਡਣਗੇ, ਸਾਡੇ ਤੇ ਖੇਡ ਖੇਡ ਕੇ ਅੱਕ ਗਏ ਨੇ, ਤੁਸੀਂ ਲੈ ਜਾਓ। ਉਹ ਸੌਦਾਗਰ ਨੇ ਉਹ ਪੱਥਰ ਆਪਣੇ ਕੋਲ ਰੱਖ ਲਿਆ। 100 ਰੁਪਏ ਉਹਨੇ ਇੱਕ ਪੋਟਲੀ ਕੱਢੀ, ਕਹਿਣ ਲੱਗਾ ਇਸ ਤੋਂ ਜ਼ਿਆਦਾ ਮੇਰੇ ਕੋਲ ਹੋਰ ਹੈ ਨਹੀਂ, ਬਸ ਆ ਤੂੰ ਰੱਖ ਲੈ। ਉਹ ਬੜਾ ਹੈਰਾਨ ਹੋਇਆ। ਆ ਜਿਹੜੀ ਕਹਿਣ ਲੱਗਾ 2 ਭੇਡਾਂ ਲਈਆਂ ਨੇ, 2-2 ਰੁਪਏ ਦਿੱਤੇ ਨੇ, ਆ ਪੱਥਰ ਤਾਂ 100 ਰੁਪਇਆ। ਹੁਣ ਉਹ ਜਿਹੜਾ ਸੌਦਾਗਰ ਸੀ ਅਸਲ ਵਿੱਚ ਇੱਕ ਜ਼ੌਰੀ ਸੀ। ਹੁਣ ਉਹਨੂੰ ਸਮਝ ਸੀ ਪੱਥਰ ਤੇ ਹੀਰੇ ਵਿੱਚ ਫਰਕ ਕੀ ਹੁੰਦਾ ਹੈ। ਉਹ ਪੱਥਰ ਨੂੰ ਲੈ ਕੇ ਗਿਆ, ਉਹਨੇ ਉਹਨੂੰ ਤਰਾਸ਼ਿਆ ਤੇ ਤਰਾਸ਼ ਕੇ ਇੱਕ ਮੁਗਲ ਬਾਦਸ਼ਾਹ ਨੂੰ ਭੇਟ ਕੀਤਾ। ਉਹਦਾ ਨਾਂ ਰੱਖਿਆ ਗਿਆ ਕੋਹਿਨੂਰ, ਬੜਾ ਕੀਮਤੀ। ਬਾਅਦ ਵਿੱਚ ਉਹ ਮਹਾਰਾਜਾ ਰਣਜੀਤ ਸਿੰਘ ਕੋਲ ਆਇਆ, ਤੇ ਉਹ ਫਿਰ ਅੰਗਰੇਜ਼ ਲੰਡਨ ਦੀ ਧਰਤੀ ਤੇ ਲੈ ਗਏ। ਉੱਥੇ ਜਾ ਕੇ ਉਹਨਾਂ ਨੇ ਮਿਊਜ਼ੀਅਮ ਦੇ ਵਿੱਚ ਰੱਖਤਾ। ਉਹਨੇ 2 ਟੁਕੜੇ ਕੀਤੇ, ਇੱਕ ਰਾਣੀ ਦੇ ਤਾਜ ਵਿੱਚ ਜੜ ਦਿੱਤਾ, ਤੇ ਦੂਜਾ ਅਜੇ ਵੀ ਉਹ ਮਿਊਜ਼ੀਅਮ ਦੇ ਵਿੱਚ ਪਿਆ। ਤਾਜ ਵੀ ਮਿਊਜ਼ੀਅਮ 'ਚ ਉਹਨਾਂ ਰੱਖਿਆ ਹੋਇਆ। ਹੁਣ 10 ਪਾਉਂਡ ਉਹਦੀ ਰੋਜ਼ ਦੀ ਟਿਕਟ ਹੈ, ਤੇ ਸਾਡੇ ਦੇਸ਼ ਮੇਰੇ ਖਿਆਲ 90 ਕੇ 100 ਰੁਪਏ ਦਾ ਪਾਉਂਡ ਹੈ ਇੱਕ। ਹਜ਼ਾਰਾਂ ਤੇ ਲੱਖਾਂ ਰੁਪਏ ਉਹ ਰੋਜ਼ ਕਮਾ ਰਹੇ ਹਨ। ਕਿੰਨੇ ਲੋਕ ਉੱਥੇ ਆਉਂਦੇ ਨੇ, ਹਜ਼ਾਰਾਂ ਲੱਖਾਂ ਪਾਉਂਡ। ਇੱਥੇ ਦੇ ਹਿਸਾਬ ਲਾਓ ਤੇ ਬਹੁਤ ਵੱਡੀ ਕੀਮਤ ਬਣ ਜਾਂਦੀ ਹੈ। ਹੁਣ ਨਹੀਂ ਸੀ ਸਮਝ, ਇੱਕ ਆਜੜੀ ਨੂੰ ਉਹਨੇ ਪੱਥਰ ਸਮਝਿਆ, ਤੇ ਜਿਹਨੂੰ ਸਮਝ ਸੀ ਉਹਨੂੰ ਪਤਾ ਲੱਗ ਗਿਆ ਵੀ ਇਹ ਕੀਮਤੀ ਹੀਰਾ ਹੈ। ਅਕਾਲ ਪੁਰਖ ਪਰਮਾਤਮਾ ਦੇ ਸੰਬੰਧ ਵਿੱਚ ਇਹੀ ਘਟਨਾ ਘਟਦੀ ਹੈ। ਜਿਨ੍ਹਾਂ ਨੂੰ ਸਮਝ ਆ ਗਈ ਗੁਰੂ ਦੇ ਰਾਹੀਂ, ਉਹ ਤੇ ਫਿਰ ਕਹਿ ਉੱਠਦੇ ਨੇ, ਉਹਨਾਂ ਦੇ ਮੁਖ ਤੋਂ ਆਪ ਮੁਹਾਰੇ ਸ਼ਬਦ ਨਿਕਲ ਜਾਂਦੇ ਨੇ, ਵਾਹਿਗੁਰੂ ਵਾਹਿਗੁਰੂ ਧੰਨ ਹੈ ਤੂੰ, ਤੇਰੀ ਉਪਮਾ ਕਹੀ ਨਹੀਂ ਜਾ ਸਕਦੀ। ਹੁਣ ਜਿਨ੍ਹਾਂ ਨੂੰ ਨਹੀਂ ਸਮਝ ਉਹ ਐਵੇਂ ਹੀ ਸਮਝਦੇ ਨੇ ਵੀ ਕੋਈ ਬੜੀ ਵੱਡੀ ਗੱਲ ਨਹੀਂ। ਉਹ ਕਹਿੰਦੇ ਨੇ, ਜਿਨ੍ਹਾਂ ਨੂੰ ਸਮਝ ਆ ਗਈ ਫਿਰ ਉਹ ਅਰਦਾਸ ਕਰਨ ਲੱਗ ਪੈਂਦੇ ਨੇ, ਜੋ ਤੁਧ ਭਾਵੈ ਸਾਈ ਅਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤੇ ਜਿਨ੍ਹਾਂ ਨੂੰ ਨਹੀਂ ਸਮਝ ਆਉਂਦੀ ਉਹ ਫਿਰ ਸਾਰੀ ਜ਼ਿੰਦਗੀ ਜਿਹੋ ਜਿਹਾ ਜੀਵਨ ਹੈ ਉਹ ਜਿਹਾ ਬਤੀਤ ਕਰਦੇ ਨੇ। ਉਹਨਾਂ ਦੀ ਤੇ ਵਿਚਾਰ ਵੀ ਜਿਵੇਂ ਖਾਓ ਪੀਓ ਐਸ਼ ਕਰੋ, ਬਸ ਜੀਵਨ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ। ਧੰਨ ਕਲਗੀਧਰ ਮਹਾਰਾਜ ਆਖਦੇ ਨੇ, ਪਰਮਾਤਮਾ ਤੇ ਫੈਲਿਆ ਹੋਇਆ ਸਭਨਾਂ ਵਿੱਚ, ਸਾਰੇ ਸਰੂਪ ਉਸੇ ਦੇ ਹੀ ਨੇ, ਪਰ ਜਿਹਨੂੰ ਸਮਝ ਆ ਗਈ ਉਹਦੇ ਚਰਨਾਂ ਨਾਲ ਜੁੜ ਗਿਆ। ਜਿਹਨੂੰ ਨਹੀਂ ਸਮਝ ਆਈ ਉਹ ਸਾਰੀ ਜ਼ਿੰਦਗੀ ਉਸੇ ਤਰ੍ਹਾਂ ਹੀ ਰਹਿ ਗਿਆ।
रूप रंग ना जात पात सो जान नहीं केजे। ਉਹਦਾ ਭੇਦ ਨਹੀਂ ਕੋਈ ਪਾ ਸਕਿਆ। ਹਾਂ, ਜਿਹੜਾ ਕੋਈ ਉਹਨੂੰ ਜਪਣ ਲੱਗ ਪਿਆ, ਜਿਹੜਾ ਉਹਦੀ ਇਬਾਦਤ ਕਰਨ ਲੱਗ ਗਿਆ, ਉਹ ਉਹਦੇ ਵਰਗਾ ਹੋ ਗਿਆ, ਉਹਦੇ ਵਰਗਾ ਬਣ ਗਿਆ, ਉਹਦਾ ਰੂਪ ਹੋ ਗਿਆ। ਫਿਰ ਕੋਈ ਫਰਕ ਨਹੀਂ, ਕੋਈ ਭੇਦ ਨਹੀਂ। ਜਿਹਨੂੰ ਸਮਝ ਆ ਗਈ, ਸੋਝੀ ਆ ਗਈ, ਫਿਰ ਉਹਨੂੰ ਪਤਾ ਲੱਗ ਗਿਆ ਵੀ ਦੁਨੀਆ ਦੀ ਦੌਲਤ ਇੱਕ ਪਾਸੇ ਤੇ ਮਾਲਕ ਇੱਕ ਪਾਸੇ। ਉਹਦੀ ਚੋਣ ਵਿੱਚ ਫਰਕ ਆ ਜਾਂਦਾ ਹੈ। ਉਹਦੀ ਚੋਣ ਜਿਹੜੀ ਹੈ ਨਾ, ਉਹ ਬਦਲ ਜਾਂਦੀ ਹੈ। ਪਹਿਲਾਂ ਪਹਿਲ ਮਨੁੱਖ ਸੰਸਾਰ ਦੀ ਚੋਣ ਕਰਦਾ ਹੈ, ਨਿਰੰਕਾਰ ਦੀ ਨਹੀਂ। ਕਹਿੰਦੇ ਮੈਨੂੰ ਸੰਸਾਰ ਚਾਹੀਦਾ। ਤੇ ਜਦੋਂ ਨਿਰੰਕਾਰ ਦੀ ਸਮਝ ਆਉਂਦੀ, ਕਹਿਣ ਲੱਗਾ ਨਹੀਂ, ਇਹ ਤੇ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਇਹ ਤੇ ਕੂੜ ਹੈ। ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣ ਹਾਰ। ਜਿਹੜੀ ਚੀਜ਼ ਕੋਲ ਰਹਿਣੀ ਨਹੀਂ ਤੇ ਉਹਦਾ ਵਪਾਰ ਕੀ ਕਰਨਾ, ਉਹਨੂੰ ਸਾਂਭ ਕੇ ਕੀ ਰੱਖਣਾ। ਜਿਹੜੀ ਸਦਾ ਰਹਿਣੀ ਹੈ, ਪਿਆਰ ਤੇ ਉਹਦੇ ਨਾਲ ਪਾਣਾ ਹੈ ਨਾ। ਫਿਰ ਉਹਦੀ ਸਮਝ ਆ ਜਾਂਦੀ, ਉਹਦਾ ਗਿਆਨ ਹੋ ਜਾਂਦਾ ਮਨੁੱਖ ਨੂੰ ਵੀ ਰੱਬ ਤਾਂ ਸਦੀਵ ਰਹਿਣ ਵਾਲੀ ਹਸਤੀ ਏ, ਇਹ ਚੱਲਣ ਹਾਰ ਨਹੀਂ ਹੈ ਤੇ ਸਦੀਵ ਰਹਿਣ ਵਾਲਾ ਹੈ। ਤੇ ਕਿਉਂ ਨਾ ਫਿਰ ਉਹਦੇ ਨਾਲ ਮਿੱਤਰਤਾ ਕਰੀਏ, ਉਹਦੇ ਨਾਲ ਸਾਂਝ ਪਾਈਏ ਜਿਹੜਾ ਸਦੀਵ ਰਹਿਣ ਵਾਲਾ ਹੈ। ਤਾਤ ਮਾਤ ਨਾ ਜਾਤ ਜਾਕਰ। ਹਾਂ ਭਾਈ, ਉਹਦਾ ਕੋਈ ਬਾਪ ਨਹੀਂ, ਉਹਦੀ ਕੋਈ ਮਾਂ ਨਹੀਂ, ਉਹਦੀ ਕੋਈ ਜਾਤ ਨਹੀਂ। ਜਨਮ ਮਰਨ ਵਿਹੀਨ, ਉਹ ਜਨਮ ਤੇ ਮਰਨ ਤੋਂ ਰਹਿਤ ਹੈ, ਇਸ ਕਰਕੇ ਉਹਦੇ ਨਾਲ ਸਾਂਝ ਪਾ। ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜਿਆ ਮੋਇਆ ਨਾ ਜਾਈ ਛੋੜ। ਇਹੋ ਜਿਹੇ ਲੱਭ ਜਿਹੜੇ ਸਦੀਵ ਰਹਿਣ ਵਾਲੇ। ਓਏ ਸਾਜਨ ਓਏ ਮੀਤ ਪਿਆਰੇ, ਜੋ ਹਮਕੋ ਹਰ ਨਾਮ ਚਿਤਾਰੇ। ਈਤ ਊਤ ਨਹੀਂ ਵਿਛੜੈ, ਸੋ ਸੰਗੀ ਗਣੀਏ। ਜਿਹੜਾ ਲੋਕ ਪਰਲੋਕ ਵਿੱਚ ਨਾਲ ਰਵੇ, ਉਹਨੂੰ ਮਿੱਤਰ ਕਿਹਾ ਜਾਂਦਾ ਹੈ, ਸੱਜਣ ਕਿਹਾ ਜਾਂਦਾ ਹੈ। ਜਨਮ ਮਰਨ ਤੋਂ ਰਹਿਤ ਹੈ, ਚੱਕਰ ਬੱਕਰ ਫਿਰੈ ਚਤੁਰ ਚੱਕ, ਮਾਂ ਨਹੀਂ ਪੁਰਤੀਨ। ਅਕਾਲ ਪੁਰਖ ਪਰਮਾਤਮਾ ਦਾ ਜਿਹੜਾ ਚੱਕਰ ਹੈ ਨਾ, ਹੁਕਮ ਰੁਕੀ ਚੱਕਰ ਜਿਹੜਾ ਹੈ, ਉਹ ਸਾਰੇ ਸੰਸਾਰ ਦੇ ਵਿੱਚ ਫਿਰ ਰਿਹਾ ਹੈ। ਹੁਕਮ ਰੂਪੀ ਚੱਕਰ ਉਹ ਸਾਰੇ ਸੰਸਾਰ ਵਿੱਚ ਘੁੰਮ ਰਿਹਾ ਹੈ, ਭਿਆਨਕ ਰੂਪ ਲੈ ਕੇ। ਤੇ ਤਿੰਨੇ ਭਵਨਾਂ ਦੇ ਲੋਕ ਮਾਨ ਹੀ ਪੁਰਤੀਨ, ਤਿੰਨੇ ਹੀ ਭਵਨਾਂ ਦੇ ਲੋਕ ਉਸ ਅਕਾਲ ਪੁਰਖ ਦੇ ਹੁਕਮ ਨੂੰ ਮੰਨ ਰਹੇ ਹਨ। ਹੁਕਮ ਰੂਪੀ ਕਾਲ ਰੂਪੀ ਚੱਕਰ ਘੁੰਮ ਰਿਹਾ ਹੈ। ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਹਰ ਕੋਈ ਜੀਵ ਉਹਦੀ ਆਗਿਆ, ਉਹਦੇ ਹੁਕਮ ਦੇ ਵਿੱਚ ਬੱਝਾ ਹੋਇਆ ਹੈ, ਉਹਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ। ਹੁਕਮ ਹੈ ਅੰਦਰ, ਸਭ ਕੋ ਬਾਹਰ ਹੁਕਮ ਨਾ ਕੋਈ। ਤਾਂ ਉਹਦੇ ਹੁਕਮ ਦੇ ਵਿੱਚ ਸਾਰੇ ਜੀਵ ਬੱਝੇ ਹੋਏ ਹਨ। ਅਕਾਲ ਪੁਰਖ ਸਭਨਾਂ ਨੂੰ ਚਲਾ ਰਿਹਾ ਹੈ। ਮਹਾਰਾਜ ਦੇ ਚਰਨਾਂ ਵਿੱਚ ਇੱਕ ਅਰਦਾਸ ਕਰੀਏ, ਸਤਿਗੁਰੂ ਕਿਰਪਾ ਕਰੋ, ਤੇਰੇ ਦਰ ਤੇ ਆਏ ਹਾਂ, ਥੋੜੀ ਕਿਨਕਾ ਮਾਤਰੀ ਸਮਝ ਬਖਸ਼ ਦਿਓ। ਤੁਹਾਡੇ ਚਰਨਾਂ ਨਾਲ ਜੁੜੇ ਰਹੀਏ ਤਾਂ ਜੋ ਇਹ ਲੋਕ, ਇਹ ਪਰਲੋਕ ਜਿਹੜਾ ਹੈ ਉਹ ਸਫਲਾ ਹੋ ਜਾਵੇ। ਲੋਕ ਵਿੱਚ ਆਇਆ ਹੋਇਆ ਵੀ ਸਫਲਾ ਹੋਵੇ, ਪਰ ਲੋਕ ਵਿੱਚ ਵੀ ਸਾਡਾ ਜਿਹੜਾ ਹੈ ਜਾਣਾ, ਜਿਹੜਾ ਉੱਥੇ ਜਾ ਕੇ ਮਹਾਰਾਜ ਸਫਲਾ ਹੋਵੇ। ਆਵਾਗਾਉਣ ਦਾ ਗੇੜ ਨਾ ਬਣੇ, ਆਉਣ ਜਾਣ ਦਾ ਚੱਕਰ ਮੁੱਕ ਜਾਵੇ, ਤੁਹਾਡੇ ਚਰਨਾਂ ਦਾ ਪਿਆਰ ਬਣ ਜਾਵੇ। ਮਹਾਰਾਜ ਕਿਰਪਾ ਕਰਨ, ਸਭਨਾਂ ਦਾ ਆਇਆ ਹੋਇਆ ਸਫਲਾ ਹੋਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ